ਇਹ ਮੇਰੀ ਸ਼ਹੀਦਾਂ ਨੂੰ ਮੇਰੇ ਵੱਲੋਂ ਸ਼ਰਧਾਂਜਲੀ ਵੀ ਆ ਔਰ ਉਹਨੂੰ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਆ। 1984 ਦੇ ਵਿੱਚ ਜਿਹੜਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ ਸੀਗਾ ਉਸ ਟਾਈਮ ਦਾ ਇੱਕ ਮਾਡਲ ਹੈ। ਜਿਵੇਂ ਸਰੀਏ ਜਦੋਂ ਡਿੱਗੀ ਸੀਗੀ ਬਿਲਡਿੰਗ ਤਾਂ ਉਹਦੇ ਸਰੀਏ ਨਿਕਲੇ ਹੋਏ ਨੇ, ਜਿਵੇਂ ਇਹ ਇੱਟਾਂ ਜਦੋਂ ਟੁੱਟੀਆਂ ਸੀਗੀਆਂ। ਪਰ ਮੇਰੀ ਕੋਸ਼ਿਸ਼ ਹੈ ਕਿ ਜਿੰਨੀਆਂ ਵੀ ਪੁਰਾਣੀਆਂ ਬਿਲਡਿੰਗ ਜਿਵੇਂ ਦਾ ਉਹਨਾਂ ਦਾ ਲੁੱਕ ਸੀਗਾ ਉਵੇਂ ਦਾ ਉਹਨਾਂ ਨੂੰ ਫਿਰ ਤੋਂ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਜਾਵੇ। 6 ਜੂਨ 1984 ਦੇ ਦਹਾਕੇ ਨੂੰ ਕਾਫੀ ਸਮਾਂ ਹੋ ਚੁੱਕਾ ਹੈ, ਲੇਕਿਨ ਉਸ ਵੇਲੇ ਦੇ ਜਿਹੜੇ ਹਾਲਾਤ ਸੀ ਉਹ ਅੱਜ ਵੀ ਲੋਕ ਨਹੀਂ ਭੁੱਲੇ। ਲੇਕਿਨ ਉਸ ਸਮੇਂ ਦੀਆਂ ਕੁਝ ਤਸਵੀਰਾਂ ਨੇ, ਕੁਝ ਇਸ ਤਰ੍ਹਾਂ ਦੀ ਚੀਜ਼ਾਂ ਨੇ ਜੋ ਆਉਂਦੀਆਂ ਨੇ ਤਾਂ ਲੋਕਾਂ ਨੂੰ ਭਾਵੁਕ ਕਰ ਦਿੰਦੀਆਂ ਨੇ। ਤੇ ਅੱਜ ਅਸੀਂ ਇੱਕ ਐਸੇ ਨੌਜਵਾਨ ਕੋ ਆਏ ਹਾਂ ਜਿਸਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਹੈ ਔਰ ਇਹ ਮਾਡਲ ਉਸ ਸਮੇਂ ਦਾ ਹੈ ਜਿਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਸੀ ਤਾਂ ਉਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਸੀ। ਤਾਂ ਉਸ ਯਾਦ ਨੂੰ ਹੂ ਬਹੂ ਵਿਖਾਉਣ ਦਾ ਕੰਮ ਜਿਹੜਾ ਹੈ ਅੰਮ੍ਰਿਤਸਰ ਦੇ ਇਸ ਨੌਜਵਾਨ ਵੱਲੋਂ ਕੀਤਾ ਗਿਆ ਹੈ। ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਇਸ ਵੇਲੇ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹ ਤਸਵੀਰ ਹੈ ਉਸ ਸਮੇਂ ਦੀ ਹੈ। 6 ਜੂਨ 1984 ਦੀ ਉਸ ਸਮੇਂ ਦੀ ਤਸਵੀਰ ਹੈ ਜਿਸ ਨੂੰ ਕਿ ਇੱਕ ਬਖੂਬੀ ਵਿਖਾਉਣ ਦਾ ਪ੍ਰਯਾਸ ਕੀਤਾ ਗਿਆ ਹੈ। ਤਾਂ ਉਸ ਸਮੇਂ ਜਿਸ ਵੇਲੇ ਹਮਲਾ ਹੁੰਦਾ ਹੈ ਤਾਂ ਉਸ ਵੇਲੇ ਕਿਸ ਤਰੀਕੇ ਦੇ ਨਾਲ ਇਹ ਹੋਇਆ ਸੀ ਤਾਂ ਉਸ ਦੇ ਵਿੱਚ ਸਾਡੇ ਕੋਲ ਇਹ ਨੌਜਵਾਨ ਮੌਜੂਦ ਹੈ ਜਿਹਦੇ ਨਾਲ ਅਸੀਂ ਗੱਲਬਾਤ ਕਰਾਂਗੇ। ਭਾਈ ਸਾਹਿਬ, ਕਿਵੇਂ ਇਸ ਮਨ ਦੇ ਵਿੱਚ ਆਇਆ ਕਿ ਇਸ ਨੂੰ ਜਿਹੜਾ ਕਰਨਾ ਚਾਹੀਦਾ ਤੇ ਕੀ ਦਰਸਾਉਣ ਦਾ ਪ੍ਰਯਾਸ ਕੀਤਾ? ਸਰ, ਆਰਟਿਸਟ ਹੋਣ ਦੇ ਨਾਤੇ ਮੈਂ ਕਾਫੀ ਦੇਰ ਤੋਂ ਸੋਚਦਾ ਸੀਗਾ ਕਿ ਮੈਂ ਜਿਹੜੀਆਂ ਸਾਡੀਆਂ ਹੈਰੀਟੇਜ ਨੇ ਜਾਂ ਸਾਡਾ ਜਿਹੜਾ ਪੁਰਾਤਨ ਇਤਿਹਾਸ ਆ ਉਹਦੇ ਬਾਰੇ ਮਤਲਬ ਲੋਕਾਂ ਨੂੰ ਜਾਗਰੂਕ ਕਰਾਂ। ਤਾਂ ਉਸ ਚੀਜ਼ ਨੂੰ ਲੈ ਕੇ ਔਰ ਇੱਕ ਇਹ ਮੇਰੀ ਸ਼ਹੀਦਾਂ ਨੂੰ ਮੇਰੇ ਵੱਲੋਂ ਸ਼ਰਧਾਂਜਲੀ ਵੀ ਆ ਔਰ ਉਹਨੂੰ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਸਾਡੇ ਪੁਰਾਤਨ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਉਹਨਾਂ ਨੂੰ ਜਿਹੜੀ ਹੋਣ ਵਾਲੀ ਜਨਰੇਸ਼ਨ ਹੈ ਉਹਦੇ ਸਾਹਮਣੇ ਲੈ ਕੇ ਆਵਾਂ। ਔਰ ਮੇਰੀ ਕੋਸ਼ਿਸ਼ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਜਿਹੜਾ ਪੁਰਾਣਾ ਮਨੀਏਚਰ ਆ ਉਹਨੂੰ ਹੀ ਨਹੀਂ, ਜਿਹੜੀ ਸਾਡੀ ਗੁਰਦੁਆਰੇ ਨੇ ਜਿਹੜੀਆਂ ਪੁਰਾਣੀਆਂ ਹੋਰ ਬਿਲਡਿੰਗ ਨੇ ਜਾਂ ਸਾਡਾ ਜੋ ਪੁਰਾਣਾ ਇਤਿਹਾਸ ਆ ਉਹਦੀਆਂ ਜੋ ਹੈਰੀਟੇਜ ਬਿਲਡਿੰਗ ਨੇ ਉਹਨਾਂ ਨੂੰ ਲੈ ਕੇ ਇੱਕ ਮੈਂ ਮਤਲਬ ਕੰਮ ਕਰਨਾ ਚਾਹ ਰਿਹਾ। ਤਾਂ ਇਹਦੇ ਵਿੱਚ ਕੀ ਤੁਸੀਂ ਦਿਖਾਉਣ ਦਾ ਪ੍ਰਯਾਸ ਕੀਤਾ? ਇਹ ਸਰ ਇਹ 1984 ਦੇ ਵਿੱਚ ਜਿਹੜਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ ਸੀਗਾ ਉਸ ਟਾਈਮ ਦਾ ਇੱਕ ਮਾਡਲ ਹੈ ਤੇ ਉਹਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਇਹ ਜਿਸ ਤਰੀਕੇ ਨਾਲ ਕਲਰਸ ਕੀਤੇ ਗਏ ਨੇ, ਇਹ ਕਲਰਸ ਕਿਵੇਂ ਹੋਏ? ਕਿਉਂਕਿ ਕਿਸ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਬਕਾਇਦਾ ਤੌਰ ਤੇ ਇੱਥੇ ਅੱਗ ਲਗਾਈ ਗਈ ਹੈ ਜਿਹੜੀ ਇਹ ਕਲਰਸ ਦੇ ਨਾਲ ਇਸ ਨੂੰ ਸਟੈਬਲਿਸ਼ ਕੀਤਾ ਗਿਆ। ਜੀ ਸਰ, ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਹੂ ਬਹੂ ਮਤਲਬ ਉਹੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹਨੂੰ ਮੈਨੂੰ ਬਣਾਉਣ 'ਤੇ ਕਾਫੀ ਟਾਈਮ ਲੱਗਾ ਹੈ ਔਰ ਬਹੁਤ ਮਿਹਨਤ ਕਰਨੀ ਪਈ ਹੈ ਔਰ ਛੋਟੀ ਛੋਟੀ ਦੀ ਡਿਟੇਲਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸੋਗੇ ਤੁਸੀਂ ਡਿਟੇਲਸ ਕਿਸ ਤਰੀਕੇ ਨਾਲ ਕੀਤੀਆਂ? ਸਰ ਹਾਂਜੀ, ਜਿਵੇਂ ਕਿ ਦੇਖੋ ਇਹ ਪਹਿਲਾਂ ਇੱਕ ਮਾਡਲ ਪਹਿਲਾਂ ਬਣਾ ਕੇ ਉਹਨੂੰ ਪ੍ਰੋਪਰ ਉਹਦਾ ਦੇਖਿਆ ਕਿ ਉਹ ਕਿੱਥੋਂ ਕਟਿੰਗ ਸੀਗੀ, ਕਿੱਥੋਂ ਟੁੱਟਾ ਸੀਗਾ। ਜਿਵੇਂ ਇਹਦੇ ਮੈਂ ਛੋਟੇ ਛੋਟੇ ਜਿਵੇਂ ਸਰੀਏ ਜਦੋਂ ਡਿੱਗੀ ਸੀਗੀ ਬਿਲਡਿੰਗ ਤਾਂ ਉਹਦੇ ਸਰੀਏ ਨਿਕਲੇ ਹੋਏ ਨੇ, ਜਿਵੇਂ ਇਹ ਇੱਟਾਂ ਜਦੋਂ ਟੁੱਟੀਆਂ ਸੀਗੀਆਂ। ਸਰੀਏ ਵੀ ਦਿਖਾਉਂਦੇ ਤੁਸੀਂ? ਹਾਂਜੀ। ਔਰ ਇਹ ਜਿਵੇਂ ਆ ਗੋਲੀਆਂ ਦੇ ਨਿਸ਼ਾਨ ਨੇ ਹੈ ਨਾ, ਉਹ ਬਿਲਡਿੰਗ ਦਾ ਉਹਦਾ ਪ੍ਰੋਪਰ ਡਿਟੇਲਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਹਜੇ ਹੋਰ ਡਿਟੇਲਿੰਗ ਹੋਰ ਹੋ ਸਕਦੀ ਸੀਗੀ, ਮਤਲਬ ਸਾਡੇ ਕੋਲ ਜਿਵੇਂ ਟੂਲਸ ਦੀ ਘਾਟ ਹੈ ਹਜੇ ਮੇਰੇ ਕੋਲ, ਜਿੰਨੇ ਵੀ ਮੇਰੇ ਕੋਲ ਸੀਮਿਤ ਸਾਧਨ ਸੀਗੇ ਉਹਨਾਂ ਦੇ ਨਾਲ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਹੈਰੀਟੇਜ ਨੂੰ ਮਤਲਬ ਲੋਕਾਂ ਦੇ ਸਾਹਮਣੇ ਲੈ ਕੇ ਆਵਾਂ ਔਰ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਜਿਹੜੀਆਂ ਸਾਡੀਆਂ ਪੁਰਾਤਨ ਬਿਲਡਿੰਗ ਸੀਗੀਆਂ ਉਹ ਉਹਨਾਂ ਦਾ ਇਤਿਹਾਸ ਕੀ ਸੀਗਾ। ਤੇ ਇਹ ਜਿਹੜੀ ਅਸੀਂ ਇਮਾਰਤ ਦਾ ਇਹ ਪਾਸਾ ਦੇਖ ਰਹੇ ਹਾਂ ਇਸ ਜਗ੍ਹਾ ਦੇ ਉੱਤੇ ਜਿਹੜਾ ਇਹ ਅੱਗ ਲੱਗੀ ਲੱਗ ਰਹੀ ਹੈ ਤਾਂ ਇਸ ਨੂੰ ਖੁਦ ਅੱਗ ਲਗਾਈ ਗਈ ਜਾਂ ਇਹਦੇ ਵਿੱਚ ਕਿਸ ਚੀਜ਼ ਦਾ ਇਸਤੇਮਾਲ ਕੀਤਾ ਗਿਆ? ਸਰ ਇਹ ਪੇਂਟ ਦੇ ਨਾਲ ਹੀ ਕੀਤਾ ਹੈ, ਇਹਨੂੰ ਪੇਂਟ ਔਰ ਕਟਰ ਦੀ ਮਦਦ ਦੇ ਨਾਲ ਔਰ ਫਿਰ ਜਿਹੜੀ ਡਸਟ ਔਰ ਜਿਹੜੀ ਇੱਟ ਹੁੰਦੀ ਹੈ ਇੱਟਾਂ ਦਾ ਬੁਰਾਦਾ ਲੈ ਕੇ ਉਹਨੂੰ ਫਿਰ ਉਹਦੇ ਨਾਲ ਦਾ ਉਹ ਮਤਲਬ ਦੇਣ ਦੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ। ਤੁਸੀਂ ਦੇਖੋ ਤੇ ਥੱਲੇ ਬਕਾਇਦਾ ਤੌਰ ਦੇ ਉੱਤੇ ਕੁਝ ਜਿਸ ਤਰ੍ਹਾਂ ਇੱਟਾਂ ਉਸ ਵੇਲੇ ਡਿੱਗੀਆਂ ਸੀ ਤਾਂ ਉਸ ਇੱਟਾਂ ਨੂੰ ਵੀ ਦਿਖਾਉਣ ਦਾ ਪ੍ਰਯਾਸ ਇੱਥੇ ਇਸ ਨੌਜਵਾਨ ਵੱਲੋਂ ਕੀਤਾ ਗਿਆ ਹੈ। ਇੱਥੋਂ ਤੱਕ ਕਿ ਇੱਕ ਜਿਹੜਾ ਦਰਖਤ ਹੈ ਬਿਲਕੁਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਹੈ ਤਾਂ ਉਸ ਵੇਲੇ ਉਸ ਨੂੰ ਵੀ ਨੁਕਸਾਨ ਪਹੁੰਚਿਆ ਸੀ ਤਾਂ ਉਸ ਨੂੰ ਵੀ ਬਖੂਬੀ ਦਿਖਾਉਣ ਦਾ ਪ੍ਰਯਾਸ ਕੀਤਾ ਗਿਆ ਹੈ। ਤਾਂ ਇਸ ਦੇ ਵਿੱਚ ਜਿਹੜਾ ਹੈ ਕੁਝ ਹਾਲੇ ਵੀ ਕੰਮ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਜਿਸ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਤੇ ਇਸ ਤੋਂ ਇਲਾਵਾ ਕੁਝ ਉਸ ਸਮੇਂ ਇਮਾਰਤ ਇੱਕ ਨਾਲ ਇਮਾਰਤ ਤੁਹਾਨੂੰ ਦਿਖਾਵਾਂਗੇ। ਇਹ ਇਮਾਰਤ ਇਸ ਕਰਕੇ ਨਾਲ ਰੱਖੀ ਗਈ ਹੈ ਕਿ ਇਸ ਇਮਾਰਤ ਦੇ ਵਿੱਚ ਵੀ ਨੁਕਸਾਨ ਪਹੁੰਚਿਆ ਸੀ। ਤੇ ਵੀ ਜੀ ਇਹ ਕਿਹੜੀ ਇਮਾਰਤ ਹੈ ਉਸਦੀ ਪਾਰਟ? ਸਰ ਇਹ ਜਿਹੜਾ ਸਾਡਾ ਗੁਰੂ ਬਾਜ਼ਾਰ ਵਾਲੀ ਬੈਕ ਸਾਈਡ ਦਾ ਏਰੀਆ ਹੈ ਉਹਦੇ ਵਿੱਚ ਜਿਹੜੇ ਸਾਡੇ ਪੁਰਾਣੀਆਂ ਬਿਲਡਿੰਗ ਨੇ ਉਹਨਾਂ ਦੇ ਇੱਕ ਬਿਲਡਿੰਗ ਦੀ ਮੈਂ ਫੋਟੋ ਲੈ ਕੇ ਨੈੱਟ ਤੋਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ 'ਤੇ ਹਜੇ ਮੇਰਾ ਵਰਕ ਚੱਲ ਰਿਹਾ ਹੈ। ਤਾਂ ਮੈਂ
ਇਹ ਸੋਚ ਰਿਹਾ ਹੈ ਕਿ ਜਿਵੇਂ ਹੁਣ ਸਾਡੇ ਗੁਰਦੁਆਰੇ ਜਿਹੜੇ ਪੁਰਾਣੀਆਂ ਬਿਲਡਿੰਗ ਸੀਗੀਆਂ ਉਹਨਾਂ ਨੂੰ ਕੀ ਕੀਤਾ ਗਿਆ, ਉਹਨਾਂ ਨੂੰ ਇੱਕਦਮ ਨਿਊ ਕਰ ਦਿੱਤਾ ਗਿਆ ਹੈ। ਹੁਣ ਅਸੀਂ ਕਿਸੇ ਵੀ ਗੁਰਦੁਆਰੇ ਜਾਂਦੇ ਹਾਂ ਤਾਂ ਸਾਰੀਆਂ ਬਿਲਡਿੰਗ ਸੇਮ ਤਰ੍ਹਾਂ ਦੀਆਂ ਹੀ ਲੱਗਦੀਆਂ, ਪਰ ਮੇਰੀ ਕੋਸ਼ਿਸ਼ ਹੈ ਕਿ ਜਿੰਨੀਆਂ ਵੀ ਪੁਰਾਣੀਆਂ ਬਿਲਡਿੰਗ ਜਿਵੇਂ ਦਾ ਉਹਨਾਂ ਦਾ ਲੁੱਕ ਸੀਗਾ ਉਵੇਂ ਦਾ ਉਹਨਾਂ ਨੂੰ ਫਿਰ ਤੋਂ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਜਾਵੇ। ਬਿਲਕੁਲ, ਤਾਂ ਤੁਸੀਂ ਵੇਖ ਸਕਦੇ ਹੋ ਕਿ ਹਾਲੇ ਵੀ ਨੌਜਵਾਨ ਵੱਲੋਂ ਲਗਾਤਾਰ ਕੰਮ ਇਹਦੇ 'ਤੇ ਕੀਤਾ ਜਾ ਰਿਹਾ ਹੈ। ਤਾਂ ਉਸ ਦੇ ਵਿੱਚ ਅਸੀਂ ਤੁਹਾਨੂੰ ਤਸਵੀਰ ਵੀ ਸਾਂਝੀ ਕਰ ਰਹੇ ਹਾਂ। ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਨਾਲ ਇਸ ਨੂੰ ਉਹ ਤਿਆਰ ਕਰ ਰਿਹਾ ਹੈ, ਔਰ ਲੰਬੀ ਜਿਹੜੀ ਹੈ ਇਹ ਤਕਨੀਕ ਇਸ ਦਾ ਇਸਤੇਮਾਲ ਕੀਤਾ ਹੈ। ਤਾਂ ਇਹਦੇ ਵਿੱਚ ਬਕਾਇਦਾ ਤੌਰ 'ਤੇ ਤਾਰਾਂ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਬਾਹਰ ਤਾਰਾਂ ਨਿਕਲੀਆਂ ਨੇ, ਤਾਂ ਉਸ ਨੂੰ ਵੀ ਇਹਦੇ ਵੱਲੋਂ ਦਿਖਾਇਆ ਜਾ ਰਿਹਾ ਹੈ। ਤਾਂ ਇਹ ਪਾਸਾ ਜਿੱਥੇ ਕਿ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਹੋਇਆ ਸੀ। ਤਾਂ ਭਾਈ ਸਾਹਿਬ ਇਹ ਇੱਧਰੋਂ ਕੀ ਹੈ ਜੀ ਮੇਨ, ਇਹ ਜਿਹੜਾ ਅਸੀਂ ਦੇਖ ਰਹੇ ਹਾਂ ਜਗ੍ਹਾ ਮੇਨ ਪੂਰਾ ਗੁੰਬਦ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਉਹਦੇ ਥੱਲੇ। ਸਰ ਇਹਦਾ ਇਹੀ ਹੈ ਕਿ ਜੋ ਕਿਉਂਕਿ ਮੈਂ ਉਸ ਟਾਈਮ ਤਾਂ ਸੀਗਾ ਨਹੀਂ, ਮੈਨੂੰ ਜੋ ਵੀ ਇੰਟਰਨੈਟ ਤੋਂ ਇਹਦੀਆਂ ਫੋਟੋ ਮਿਲੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀਆਂ, ਮੈਂ ਉਹਦੇ ਅਕੋਰਡਿੰਗ ਹੀ ਇਹਨੂੰ ਹੂਬਹੂ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਇਹਦੇ 'ਤੇ ਕੀ ਚੀਜ਼ਾਂ ਇਸਤੇਮਾਲ ਕੀਤੀਆਂ ਗਈਆਂ, ਪੂਰੇ ਜਿਹੜਾ ਸਟਰਕਚਰ ਹੈ ਸ਼੍ਰੀ ਅਕਾਲ ਸਰ ਤਖਤ ਇਹਨੂੰ ਬਣਾਉਣ ਲਈ ਮੈਂ ਮਤਲਬ ਫਿਲਹਾਲ ਬਾਜ਼ਾਰ ਤੋਂ ਤਾਂ ਕੁਝ ਵੀ ਨਹੀਂ ਖਰੀਦਿਆ। ਮੇਰੇ ਕੋਲ ਜਿਵੇਂ ਘਰ ਵਿੱਚ ਕੁਝ ਗੱਤਾ ਸੀਗਾ, ਪੇਪਰ ਸੀਗੇ, ਫਿਰ ਮੇਰੇ ਕੋਲ ਮਾਊਂਟ ਬੋਰਡ ਜਿਹੜਾ ਅੱਜ ਕੱਲ੍ਹ ਫਲੈਕਸ ਦੇ ਪਿੱਛੇ ਲੱਗਾ ਹੁੰਦਾ ਉਹਨੂੰ, ਔਰ ਜਿਵੇਂ ਕਿ ਬਾਲ ਹੁੰਦੀਆਂ ਨੇ ਉਹਨਾਂ ਨੂੰ ਯੂਜ਼ ਕਰਕੇ ਇਹ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ, ਕਿੰਨਾ ਸਮਾਂ ਲੱਗਾ ਭਾਈ ਸਾਹਿਬ ਇਹਨੂੰ ਕਰਨ? ਮੈਨੂੰ ਜੀ 15 ਤੋਂ 20 ਦਿਨ ਲੱਗ ਗਏ। ਔਰ ਹਾਂਜੀ 15 ਤੋਂ 20 ਜੀ। ਤਾਂ ਮੇਨ ਮਕਸਦ ਹੈ ਕਿ ਅੱਜ ਉਸ ਦਿਨ ਨੂੰ ਅਸੀਂ ਯਾਦ ਕਰ ਰਹੇ ਜੀ ਉਸ ਟਾਈਮ ਦਾ ਇਤਿਹਾਸ ਅੱਜ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਮੇਰਾ ਇਹੀ ਮਕਸਦ ਹੈ, ਔਰ ਮੇਰੇ ਵੱਲੋਂ ਇੱਕ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਵਿਅਕਤੀਗਤ ਤੌਰ ਦੇ ਉੱਤੇ ਤੁਸੀਂ। ਜੀ ਹਾਂਜੀ। ਤਾਂ ਇਹ ਤੁਸੀਂ ਸਮਝਦੇ ਹੋ ਕਿ ਅੱਜ ਇਹਨਾਂ ਚੀਜ਼ਾਂ ਨੂੰ ਇੱਕ ਬਤੌਰ ਇਹਨੂੰ ਕਿੱਥੇ ਰੱਖਣਾ ਚਾਹੋਗੇ, ਕਿਸ ਜਗ੍ਹਾ ਤੇ ਕੋਈ ਐਸੀ ਜਗ੍ਹਾ ਜਿੱਥੇ ਤੁਸੀਂ ਚਾਹੋਗੇ ਇਹਨੂੰ ਸੁਸ਼ੋਭਿਤ ਕੀਤਾ ਜਾਵੇ? ਸਰ ਮੈਂ ਇਸ ਬਾਰੇ ਤਾਂ ਫਿਲਹਾਲ ਸੋਚਿਆ ਨਹੀਂ ਹੈ। ਜੇ ਕਿਤੇ ਕੁਝ ਚੰਗੀ ਜਗ੍ਹਾ ਦੇ ਉੱਤੇ ਇਹਨੂੰ ਰੱਖਿਆ ਜਾਂਦਾ ਹੈ ਤੇ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੋਊਗੀ। ਔਰ ਵੈਸੇ ਸਰ ਇਸ ਚੀਜ਼ ਨੂੰ ਬਣਾਉਣ ਲਈ ਇੱਕ ਚੀਜ਼ ਹੋਰ ਹੈ ਕਿ ਇੱਕ ਟਾਈਮ ਤੇ ਗੋਲਡਨ ਟੈਂਪਲ ਦੇ ਵਿੱਚ ਇੱਕ ਅਕਾਲ ਤਖਤ ਸਾਹਿਬ ਨੂੰ ਲੈ ਕੇ ਮਿਊਜ਼ੀਅਮ ਬਣ ਰਿਹਾ ਸੀਗਾ, ਤੇ ਉਸ ਲਈ ਮੇਰੀ ਕਿਸੇ ਅਧਿਕਾਰੀ ਦੇ ਨਾਲ ਗੱਲ ਚੱਲੀ ਸੀਗੀ, ਔਰ ਜਿੱਥੋਂ ਮੇਰੇ ਦਿਮਾਗ 'ਚ ਜ਼ਿਆਦਾ ਇਸ ਨੂੰ ਬਣਾਉਣ ਦਾ ਆਈਡੀਆ ਆਇਆ ਕਿ ਮੈਂ ਇਸ ਨੂੰ ਬਣਾਵਾਂ, ਔਰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਬਣਾ ਲਓਗੇ। ਤਾਂ ਉਹਨਾਂ ਤੋਂ ਇਹ ਗੱਲ ਸੁਣਨ ਤੋਂ ਬਾਅਦ ਮੈਂ ਇਸ ਨੂੰ ਘਰ ਆ ਕੇ ਬਣਾਉਣਾ ਸ਼ੁਰੂ ਕੀਤਾ ਇਸ ਮਾਡਲ ਨੂੰ। ਬਟ ਉਹ ਸ਼ਾਇਦ ਮੇਰੀ ਬਾਅਦ ਵਿੱਚ ਉਹਨਾਂ ਦੇ ਨਾਲ ਕੋਈ ਗੱਲ ਹੋਈ ਨਹੀਂ, ਪਰ ਮੈਨੂੰ ਇਹ ਹੈ ਕਿ ਇਹ ਬਣਾ ਕੇ ਬਹੁਤ ਮੇਰੇ ਦਿਲ ਨੂੰ ਸਕੂਨ ਮਿਲਿਆ। ਬਿਲਕੁਲ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਸੀ ਇਸ ਮਾਡਲ ਦੀ ਨੇ। ਤੁਸੀਂ ਦੇਖੋ ਕਿ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਸੀ, ਤਾਂ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਕਈ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ, ਕਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਜਿਹਦੇ ਵਿੱਚ ਕੀ ਦੇਖਿਆ ਜਾਂਦਾ ਹੈ ਕਿ ਉੱਥੇ ਲੋਕ ਖੜੇ ਨੇ, ਲੇਕਿਨ ਇਸ ਜਗ੍ਹਾ ਦੇ ਉੱਤੇ ਇਸ ਨੌਜਵਾਨ ਵੱਲੋਂ ਇਸ ਨੂੰ ਤਿਆਰ ਕੀਤਾ ਗਿਆ। ਤਾਂ ਤੁਸੀਂ ਦੇਖੋ ਕਿ ਉਸ ਸਾਕੇ ਨੂੰ ਦਰਸਾ ਰਿਹਾ ਹੈ ਤੇ ਬੜੇ ਸਵਾਲ ਪੈਦਾ ਹੁੰਦੇ ਨੇ ਕਿ ਆਖਿਰਕਾਰ ਇਸ ਸਾਕੇ ਨੂੰ ਰੋਕਿਆ ਜਾ ਸਕਦਾ ਸੀ, ਲੇਕਿਨ ਫਿਲਹਾਲ ਉਸ ਸਮੇਂ ਜੋ ਪਾਣਾ ਵਾਪਰਿਆ ਉਸ ਦੀ ਇੱਕ ਯਾਦ ਨੂੰ ਦਰਸਾਉਂਦਾ ਹੋਇਆ ਇਹ ਮਾਡਲ ਹੈ, ਜਿਸ ਦੇ ਵਿੱਚ ਇਸ ਨੌਜਵਾਨ ਵੱਲੋਂ ਪ੍ਰਯਾਸ ਕੀਤਾ ਗਿਆ। ਨਾਲ ਇਕੱਲੇ ਸ੍ਰੀ ਅਕਾਲ ਤਖਤ ਸਾਹਿਬ ਨਹੀਂ, ਬਲਕਿ ਉਹਦੇ ਨਾਲ ਘਰ ਦੇ ਜਿਹੜੇ ਨਾਲ ਘਰ ਸੀਗੇ। ਤੁਸੀਂ ਦੇਖੋ ਇਹ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਕਿਉਂਕਿ ਜਦੋਂ ਨੁਕਸਾਨ ਹੁੰਦਾ ਹੈ ਤਾਂ ਪੂਰੀ ਬਿਲਡਿੰਗ ਦੇ ਉਸਤੇ ਆਸ-ਪਾਸ ਵੀ ਨੁਕਸਾਨ ਹੋਇਆ ਸੀ। ਤਾਂ ਉਸ ਤੋਂ ਬਾਅਦ ਇੱਥੋਂ ਤੱਕ ਕਿ ਜਿਹੜੇ ਖੰਭੇ ਲੱਗੇ ਨੇ, ਤੁਸੀਂ ਇਹ ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਇਹ ਜਿਹੜੇ ਖੰਭੇ ਨੇ ਉਹਨਾਂ ਦੀਆਂ ਤਾਰਾਂ ਤੱਕ ਸੜ ਗਈਆਂ ਸੀ। ਉਸ ਦੇ ਨਾਲ ਜਿਹੜੇ ਘਰ ਸੀ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ। ਤਾਂ ਉਹ ਸਾਰੇ ਚੀਜ਼ਾਂ ਨੂੰ ਦਰਸਾਉਣ ਦਾ ਇੱਕ ਪ੍ਰਯਾਸ ਕੀਤਾ ਗਿਆ ਹੈ। ਤਾਂ ਇੱਕ ਨਾਲ ਸੁਨੇਹਾ ਦਿੱਤਾ ਗਿਆ ਹੈ ਕਿ ਜੋ ਹੋਇਆ ਉਹ ਬਹੁਤ ਬੁਰਾ ਸੀ, ਤਾਂ ਉਸ ਨੂੰ ਜਿਹੜਾ ਹੈ ਨਹੀਂ ਸੀ ਕਰਨਾ ਚਾਹੀਦਾ। ਤਾਂ ਉਸ ਨੂੰ ਲੈ ਕੇ ਤੁਸੀਂ ਦੇਖੋ ਕਿ ਇੱਕ ਇਸ ਮਾਡਲ ਨੂੰ ਤਿਆਰ ਕੀਤਾ ਹੈ, ਲੇਕਿਨ ਸੁਨੇਹਾ ਜਿਹੜਾ ਹੈ ਇਹੋ ਹੀ ਹੈ ਕਿ ਲੋਕ ਆਪਣੇ ਇਹਨਾਂ ਚੀਜ਼ਾਂ ਨੂੰ ਭੁੱਲਣ ਨਾ, ਕਿਉਂਕਿ ਯਾਦ ਰੱਖਿਆ ਜਾਵੇ, ਕਿਉਂਕਿ ਜੋ ਵੀ ਭਾਣਾ ਵਾਪਰਿਆ, ਕਿਉਂਕਿ ਕਿਸੇ ਧਰਮ ਸਥਾਨ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਕਰਨਾ ਉਹ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ ਕਿ ਆਖਿਰਕਾਰ ਕਿਉਂ ਸੀ। ਤਾਂ ਇਸ ਨੂੰ ਲੈ ਕੇ ਇਸ ਨੌਜਵਾਨ ਵੱਲੋਂ ਇੱਕ ਸ਼ਰਧਾਂਜਲੀ ਦੇ ਤੌਰ ਦੇ ਉੱਤੇ ਇਸ ਮਾਡਲ ਨੂੰ ਤਿਆਰ ਕੀਤਾ ਗਿਆ ਹੈ। ਅਤੇ ਉਹ ਕਹਿੰਦੇ ਕਿ ਉਹਨਾਂ ਦਾ ਮਕਸਦ ਹੈ ਕਿ ਕਿਸੇ ਯਾਦਗਾਰ ਦੀ ਜਗ੍ਹਾ ਦੇ ਉੱਤੇ ਇਸ ਨੂੰ ਸੁਸ਼ੋਭਿਤ ਕੀਤਾ ਰਹੇ, ਅਤੇ ਇਹੀ ਉਹਨਾਂ ਦੀ ਸੱਚੀ ਸ਼ਰਧਾਂਜਲੀ ਜਿਹੜੀ ਹੋਵੇਗੀ। ਠੀਕ ਹੈ, ਇਸ ਦਿਨ ਹਰ ਕੋਈ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਿਹਾ ਹੈ, ਉਸ ਦਿਨ ਨੂੰ ਯਾਦ ਵੀ ਕਰ ਰਿਹਾ ਹੈ, ਕਿਉਂਕਿ ਲੰਬਾ ਅਰਸਾ ਹੋ ਚੁੱਕਾ ਹੈ। ਲੇਕਿਨ ਇਸ ਵਿੱਚ ਇਸ ਨੌਜਵਾਨ ਵੱਲੋਂ ਇੱਕ ਸ਼ਰਧਾਂਜਲੀ ਆਪਣੇ ਨਿੱਜੀ ਤੌਰ ਦੇ ਉੱਤੇ ਆਪਣੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਬਣਾ ਕੇ ਭੇਟ ਕੀਤੀ ਗਈ ਹੈ। ਕੈਮਰਾਮੈਨ ਨਵਨੀਤ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।